ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਰ ਰਹਾਉ। ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮਹਿ ਰਹਉ ਜਲ ਹੈ ਬਿਨੁ ਖੀਨ। ਤੂੰ ਪਿੰਜਰ ਹਉ ਸੁਵਟਾ ਤੋਰ, ਜਾਮੋ ਮੰਜਾਰ ਕਹਾ ਕਰੈ ਮੋਰ। ਤੂੰ ਤਰਵਰ ਹਉ ਪੰਖੀ ਆਹਿ, ਮੰਦ ਭਾਗੀ ਤੇਰੂ ਦਰਸ਼ਨ ਨਾਹਿ। ਤੂੰ ਸਤਿਗੁਰ ਹਉ ਨਉ ਤਨ ਚੇਲਾ, ਕਹਿ ਕਬੀਰ ਮੇੜ ਅੰਤ ਕੀ ਬੇੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਅਦਬ ਪ੍ਰੇਮ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਭਗਤ ਕਬੀਰ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਹੁਣੇ ਹੀ ਆਪ ਜੀ ਨੇ ਦਾਸ ਪਾਸੋਂ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 323 ਅਤੇ 24 ਦੇ ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੌੜੀ ਕਬੀਰ ਜੀ ਦਾ ਇਹ ਸ਼ਬਦ ਰਾਗ ਗੌੜੀ ਦੇ ਵਿੱਚ ਸੁਭਾਇਮਾਨ ਹੈ ਔਰ ਇਹ ਦੂਸਰਾ ਸ਼ਬਦ ਹੈ। ਚੌਪਦੇ 14 ਇਹਨਾਂ ਦੇ ਸਿਰਲੇਖ ਅਧੀਨ ਇਹ ਦੂਸਰਾ ਚੌਪਦਾ ਹੈ। ਕੁੱਲ 14 ਹਨ। ਇਸ ਤੋਂ ਅੱਗੇ ਪੰਚਪਦੇ ਸ਼ੁਰੂ ਹੋ ਜਾਂਦੇ ਹਨ। ਭਗਤ ਕਬੀਰ ਜੀ ਮਹਾਰਾਜ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਭਾਵ ਪਰਮੇਸ਼ਰ ਦੇ ਅਹਿਸਾਸ ਵਿੱਚ ਜੁੜਿਆਂ, ਉਹਦੇ ਹੁਕਮ ਵਿੱਚ ਚੱਲਦਿਆਂ, ਉਹਦੀ ਹੋਂਦ ਦਾ ਅਹਿਸਾਸ ਕਰਦਿਆਂ, ਉਹਦੀ ਇਬਾਦਤ ਤੇ ਬੰਦਗੀ ਵਾਲੇ ਜੀਵਨ ਨੂੰ ਜੀਂਦਿਆਂ ਹੋਇਆਂ ਫਰਮਾਉਂਦੇ ਹਨ ਕਿ ਮੈਨੂੰ ਰੱਜ ਨਹੀਂ ਆ ਰਿਹਾ। ਇਹਦਾ ਭਾਵ ਹੈ ਕਿ ਮੇਰੇ ਅੰਦਰ ਦੀ ਜਿਗਿਆਸਾ ਜਿਹੜੀ ਹੈ, ਪ੍ਰੇਮ ਭਾਵਨਾ ਜਿਹੜੀ ਹੈ, ਉਹ ਹੋਰ ਤੋਂ ਹੋਰ ਅਗੇਰੇ ਵੱਧ ਹੀ ਰਹੀ ਹੈ, ਅਕਾਊਪਨ ਨਹੀਂ ਹੈ। ਆਮ ਤੌਰ 'ਤੇ ਅਸੀਂ ਕੋਈ ਕਾਰਜ ਕਰਦੇ ਹਾਂ, ਜਦੋਂ ਉਹਨੂੰ ਅਸੀਂ ਥੋੜ੍ਹਾ ਜਿਹਾ ਰੂਟੀਨ ਵਿੱਚ ਕਰਨਾ ਸ਼ੁਰੂ ਕਰ ਲਈਏ ਤੇ ਮਨ ਨੂੰ ਅਕੇਵਾਂ ਹੋਣ ਲੱਗ ਪੈਂਦਾ ਹੈ। ਜਾਨੀ ਕਿ ਸਾਡਾ ਮਨ ਕਰਦਾ ਹੈ ਕਿ ਕੰਮ ਨੂੰ ਚੇਂਜ ਕਰ ਲਈਏ। ਇੱਕ ਉਦਾਹਰਣ ਦਿੰਦਾ ਹਾਂ,
ਆਪਾਂ ਸਾਰੇ ਵੱਖਰੇ ਵੱਖਰੇ ਫੀਲਡ ਨਾਲ ਜੁੜੇ ਹੋਏ ਲੋਕ ਬੈਠੇ ਹਾਂ। ਜਿਹੜਾ ਇਨਸਾਨ ਜਿਹੜਾ ਵੀ ਕੰਮ ਕਰਦਾ ਹੈ ਉਹਨੂੰ ਪੁੱਛੋ ਵੀ ਤੂੰ ਖੁਸ਼ ਹੈ, ਉਹ ਕਹੇਗਾ ਜੀ ਇਹ ਕੰਮ ਨਾ ਕਰਿਓ। ਬਾਕੀ ਜਿਹੜੇ ਮਰਜ਼ੀ ਫੀਲਡ ਵਿੱਚ ਚਲੇ ਜਾਇਓ ਕਿ ਮੇਰੇ ਵਾਲਾ ਕੰਮ ਦੁਨੀਆ ਦਾ ਸਭ ਤੋਂ ਕਠਿਨ ਕੰਮ ਹੈ। ਹਰ ਇੱਕ ਨੂੰ ਆਪਣੇ ਕੀਤੇ ਜਾਂ ਕੀਤੇ ਜਾ ਰਹੇ ਕੰਮ ਦੇ ਵਿੱਚ ਅਕਾਊਪਨ ਲੱਗਦਾ ਹੈ। ਹਾਲਾਂਕਿ ਪੇਚੀਦਗੀਆਂ ਜਿਹੜੀਆਂ ਨੇ, ਮੁਸ਼ਕਿਲਾਂ ਜਿਹੜੀਆਂ ਹਰ ਕੰਮ 'ਚ ਹੀ ਹੁੰਦੀਆਂ ਨੇ। ਦੁਨੀਆ ਦਾ ਕੋਈ ਫੀਲਡ ਨਹੀਂ ਜਿਸ ਵਿੱਚ ਉਲਝਣ ਨਾ ਹੋਵੇ, ਪੇਚੀਦਗੀ ਨਾ ਹੋਵੇ, ਮੁਸ਼ਕਲ ਨਾ ਹੋਵੇ, ਉਤਰਾਅ ਚੜ੍ਹਾਅ ਨਾ ਆਉਂਦਾ ਹੋਵੇ। ਪਰ ਜਿਹੜੀਆਂ ਉਸ ਕੰਮ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ, ਉਹਨਾਂ ਨੂੰ ਜਦੋਂ ਬੰਦਾ ਆਪਣੇ ਆਪ ਤੇ ਹਾਵੀ ਕਰ ਲੈਂਦਾ ਹੈ ਤਾਂ ਉਹ ਕਹਿੰਦਾ ਵੀ ਇਸ ਤੋਂ ਮਾੜਾ ਕੰਮ ਹੋਰ ਕੋਈ ਹੋ ਹੀ ਨਹੀਂ ਸਕਦਾ। ਇੰਨੀ ਪਰੇਸ਼ਾਨੀ ਹੈ ਇਸ ਕੰਮ ਵਿੱਚ, ਇੰਨੀ ਉਲਝਣ ਹੈ ਇਸ ਕੰਮ ਵਿੱਚ, ਔਰ ਅਸੀਂ ਦੂਸਰੇ ਦੇ ਕੰਮ ਨੂੰ ਸੌਖਾ ਸਮਝਦੇ ਹੁੰਦੇ ਵੀ ਤੂੰ ਤਾਂ ਠੀਕ ਹੈ, ਤੈਨੂੰ ਤਾਂ ਮਜ਼ਾ ਹੈ, ਤੂੰ ਤਾਂ ਵਧੀਆ ਕੰਮ ਤੇ ਲੱਗਾ ਹੈ, ਤੇਰਾ ਕੰਮ ਵਧੀਆ ਹੈ, ਸਾਡਾ ਕੰਮ ਇੰਨਾ ਵਧੀਆ ਨਹੀਂ ਹੈ। ਤੋ ਜੋ ਸਾਡਾ ਤਜਰਬਾ ਹੁੰਦਾ ਹੈ ਅਸੀਂ ਦੂਸਰੇ ਨੂੰ ਉਹਦੇ ਹਿਸਾਬ ਦੇ ਨਾਲ ਤੋਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਲੱਗਦਾ ਹੈ ਤਾਂ ਸਾਡੇ ਨਾਲੋਂ ਵਧੀਆ ਹੈ। ਜਿਹਦੇ ਕੋਲ ਬਹਿਣ ਦਾ ਕੰਮ ਉਹ ਕਹੇਗਾ ਤੂੰ ਤਾਂ ਵਧੀਆ ਤੁਰਦਾ ਫਿਰਦਾ ਰਹਿਣਾ। ਜਿਸ ਦੇ ਕੋਲ ਤੁਰਨ ਫਿਰਨ ਦਾ ਕੰਮ ਉਹ ਕਹੇਗਾ ਸਾਰਾ ਦਿਨ ਇਸ ਤਰ੍ਹਾਂ ਹੀ ਲੰਘ ਜਾਂਦਾ ਹੈ, ਤੇਰਾ ਵਧੀਆ ਇੱਕ ਜਗ੍ਹਾ ਤੇ ਬਹਿ ਕੇ ਆਰਾਮ ਨਾਲ ਕੰਮ ਕਰਦਾ। ਸੋ ਇਹ ਜਿਹੜੀ ਚੀਜ਼ ਹੈ ਮੈਂ ਉਦਾਹਰਨ ਇਸ ਕਰਕੇ ਦਿੱਤੀ ਹੈ ਕਿ ਸਾਨੂੰ ਆਪਣੇ ਕੰਮ ਦੀਆਂ ਮੁਸ਼ਕਲਾਂ ਦੇ ਪ੍ਰਭਾਵ ਥੱਲੇ ਉਹ ਕੰਮ ਜਿਹੜਾ ਅਕਾਊ ਲੱਗਣ ਲੱਗ ਪੈਂਦਾ, ਉਸ ਨੂੰ ਫਿਰ ਅਸੀਂ ਇੰਜੋਏ ਕਰਨਾ ਹਟ ਜਾਂਦੇ ਹਾਂ। ਉਹਦੇ ਚੋਂ ਸਵਾਦ ਨਹੀਂ ਆਉਂਦਾ, ਮਜ਼ਾ ਨਹੀਂ ਆਉਂਦਾ। ਮਨ ਜਿਹੜਾ ਹੈ ਉਹ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਧਰਮ ਦੇ ਫੀਲਡ ਵਿੱਚ ਵੀ ਕਈ ਵਾਰ ਇਸ ਤਰ੍ਹਾਂ ਵਾਪਰਦਾ ਹੈ। ਦੁਨੀਆ ਕਹਿ ਸਕਦੀ ਹੈ ਵੀ ਤੂੰ ਪਾਠ ਕਰਦਾ ਤੇ ਬੜਾ ਵਧੀਆ ਕੰਮ ਹੈ ਤੇਰਾ, ਪਰ ਪਾਠ ਕਰਨ ਵਾਲੇ ਨੂੰ ਪੁੱਛ ਕੇ ਵੇਖੋ ਆਪਣੀ ਜਗ੍ਹਾ ਤੇ ਦੁਖੀ ਹੁੰਦਾ ਹੈ ਕਈ ਵਾਰ। ਉਹ ਕਹਿੰਦਾ ਬੱਝ ਕੇ 2-2 ਘੰਟੇ ਬਹਿਣਾ, ਨਾ ਬੰਦਾ ਇੱਧਰ ਵੇਖ ਸਕੇ ਨਾ ਕਿਸੇ ਦੀ ਸੁਣ ਸਕੇ, ਅੱਖਾਂ ਰਹਿ ਜਾਂਦੀਆਂ ਨੇ, ਦਿਮਾਗ ਖੁਸ਼ਕ ਹੋ ਜਾਂਦਾ ਹੈ ਤੇ ਬੱਝ ਕੇ ਬੰਦੇ ਨੂੰ ਬਹਿਣਾ ਪੈਂਦਾ। ਹਿਲ ਜੁਲ ਤੁਸੀਂ ਸਕਦੇ ਨਹੀਂ। ਇਹ ਵੀ ਆਪਣੇ ਆਪ ਵਿੱਚ ਇੰਨਾ ਸਹੀਲਾ ਕੰਮ ਤੇ ਨਹੀਂ, ਕਿੰਨੀ ਫਿਜ਼ੀਕਲੀ ਮੈਂਟਲੀ ਕਸਰਤ ਵਾਲਾ ਕੰਮ ਹੈ। ਕਿਸੇ ਪ੍ਰਚਾਰਕ ਨੂੰ ਪੁੱਛ ਲਓ, ਕੀਰਤਨੀਏ ਨੂੰ ਪੁੱਛ ਲਓ, ਉਹਦੀ ਵੀ ਆਪਣੀ ਪੇਚੀਦਗੀ ਹੁੰਦੀ ਹੈ। ਹਰ ਜਗ੍ਹਾ ਤੇ ਹੀ ਹੈ। ਕਹਿਣ ਤੋਂ ਭਾਵ ਹੈ ਵੀ ਉਸ ਕੰਮ ਦੀਆਂ ਮੁਸ਼ਕਲਾਂ ਤੇ ਹਨ। ਕੋਈ ਵੀ ਕੰਮ ਜਿਹੜਾ ਹੈ ਉਹ ਸਾਨੂੰ ਦੂਸਰੇ ਦਾ ਕਈ ਵਾਰ ਸੌਖਾ ਲੱਗਦਾ ਹੈ ਤੇ ਆਪਣਾ ਔਖਾ ਲੱਗਦਾ ਹੈ। ਤੇ ਉਹ ਕੰਮ ਕਰਨ ਵਾਲਾ ਆਪਣੇ ਕੰਮ ਵਿੱਚ ਇੰਨਾ ਰਾਜ਼ੀ ਕਈ ਵਾਰ ਨਹੀਂ ਹੁੰਦਾ, ਆਪਾਂ ਵੇਖਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਫਰਮਾਇਆ ਕਿ ਜਿਹੜਾ ਨੇਕ ਆਚਰਣ ਹੈ ਉਹਨੂੰ ਹੰਢਾਉਂਦੇ ਆ। ਤੁਸੀਂ ਵੇਖੋ ਕ੍ਰੋਧੀ ਆਪਣੇ ਕ੍ਰੋਧ ਤੋਂ ਨਾ, ਕ੍ਰੋਧੀ ਬੰਦਾ ਜਿਹੜਾ ਉਹ ਆਪਣੇ ਕ੍ਰੋਧ ਤੋਂ ਖੁਦ ਵੀ ਕਈ ਵਾਰ ਤੰਗ ਹੋ ਜਾਂਦਾ ਹੈ, ਮਾਫੀ ਮੰਗਦਾ ਹੈ, ਝੋਰਾ ਕਰਦਾ ਹੈ, ਪਛਤਾਵਾ ਕਰਦਾ ਹੈ ਵੀ ਮੈਂ ਕਾਹਨੂੰ ਇੰਨਾ ਗੁੱਸਾ ਕੀਤਾ, ਕਾਹਨੂੰ ਇਹ ਗੱਲ ਕਹਿ ਦਿੱਤੀ, ਕਿੱਡਾ ਵੱਡਾ ਬਵਾਲ ਖੜਾ ਹੋ ਗਿਆ, ਕਿੰਨੀ ਵੱਡੀ ਪਰਿਵਾਰ ਵਿੱਚ ਲਾਈਫ ਵਿੱਚ ਡਿਸਟਰਬੈਂਸ ਪੈਦਾ ਹੋ ਗਈ। ਕਈ ਵਾਰ ਬੰਦਾ ਹੰਕਾਰ 'ਚ ਕਿਸੇ ਨਾਲ ਮਾੜਾ ਵਿਹਾਰ ਕਰੇ ਤੇ ਬਾਅਦ ਵਿੱਚ ਪਛਤਾਉਂਦਾ ਹੈ ਵੀ ਕਾਹਨੂੰ ਥੋੜ੍ਹਾ ਜਿਹਾ ਆਪਣੀ ਔਕਾਤ ਵਿੱਚ ਰਹਿੰਦੇ ਤੇ ਠੀਕ ਸੀ। ਈਰਖਾ ਕਰਦਿਆਂ ਹੋਇਆਂ ਵੀ ਬੰਦਾ ਕਈ ਵਾਰ ਬਾਅਦ ਵਿੱਚ ਉੱਥੇ ਪਛਤਾਵਾ ਹੀ ਹੈ। ਅਜਿਹੇ ਮੰਦੇ ਕੰਮ ਵਿੱਚ, ਅਜਿਹੇ ਮਲੀਨ ਕਰਮ ਵਿੱਚ, ਅਜਿਹੀ ਮਾੜੀ ਸੋਚ ਮੁਤਾਬਕ ਚੱਲਣ ਵਿੱਚ ਓੜਕ ਨੂੰ ਕੀ ਨਿਕਲਦਾ ਤਕਲੀਫ ਤੋਂ ਬਿਨਾਂ? ਕੁਝ ਵੀ ਨਹੀਂ। ਪਹਿਲਾਂ ਅਸੀਂ ਖੁਦ ਨੂੰ ਪਰੇਸ਼ਾਨ ਕਰਦੇ ਹਾਂ ਤੇ ਨਾਲ ਦੂਜਿਆਂ ਨੂੰ ਕਰਦੇ ਹਾਂ। ਉਹਦੇ ਵਿੱਚੋਂ ਬੰਦੇ ਦਾ ਮਨ ਤੇ ਅੱਕਦਾ ਹੀ ਹੈ ਨਾ, ਤਕਲੀਫ ਤੇ ਹੁੰਦੀ ਹੈ ਨਾ, ਦੁੱਖ ਤੇ ਹੁੰਦਾ ਹੀ ਹੈ ਨਾ। ਪਰ ਯਾਦ ਰੱਖਣਾ, ਨਿਮਰਤਾ ਦਾ ਕਦੇ ਪਛਤਾਵਾ ਨਹੀਂ ਹੋਏਗਾ, ਧੀਰਜ ਦਾ ਕਦੇ ਪਛਤਾਵਾ ਨਹੀਂ ਹੋਏਗਾ, ਮਿੱਠਾ ਬੋਲਣ ਦਾ ਕਦੇ ਪਛਤਾਵਾ ਨਹੀਂ ਹੋਏਗਾ, ਕਦੇ ਮਾਫੀ ਨਹੀਂ ਮੰਗਣੀ ਪਏਗੀ। ਮੈਂ ਮਿੱਠਾ ਬੋਲਿਆ ਜੀ, ਗਲਤੀ ਹੋ ਗਈ, ਮਾਫ ਕਰ ਦਿਓ। ਮੈਂ ਨਿਮਰਤਾ ਰੱਖੀ ਹੈ ਜੀ, ਤੁਸੀਂ ਮੈਨੂੰ ਮਾਫ ਕਰ ਦਿਓ, ਮੇਰੀ ਗਲਤੀ ਹੈ, ਮੈਨੂੰ ਨਿਮਰਤਾ ਨਹੀਂ ਸੀ ਰੱਖਣੀ ਚਾਹੀਦੀ ਨਾ।
ਉਹ ਜਿਹੜੇ ਗੁਣ ਨੇ ਉਹਨਾਂ ਵਿੱਚ ਅਕੇਵਾਂ ਨਹੀਂ, ਉਹ ਤੁਹਾਨੂੰ ਸਕੂਨ ਦਿੰਦੇ ਨੇ, ਸੈਟਿਸਫੈਕਸ਼ਨ ਦਿੰਦੇ ਨੇ, ਸੰਤੁਸ਼ਟੀ ਪ੍ਰਦਾਨ ਕਰਦੇ ਨੇ। ਇਸੇ ਕਰਕੇ ਤੇ ਇਹਨਾਂ ਗੁਣਾਂ ਨੂੰ ਵਡਿਆਇਆ ਗਿਆ, ਮਹਾਨ ਆਖਿਆ ਗਿਆ। ਤੋ ਸਤਿਗੁਰੂ ਮਹਾਰਾਜ ਨੇ ਇਸ ਬਚਨ ਦੇ ਵਿੱਚ ਫਰਮਾਇਆ ਹੈ ਕਿ ਰੱਬ ਦੇ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਮੇਰੇ ਅੰਦਰ ਅਕੇਵਾਂ ਨਹੀਂ ਆ ਰਿਹਾ। ਮੈਂ ਅੱਕ ਨਹੀਂ ਰਿਹਾ ਵੀ ਮੈਂ ਆਖਾਂ ਵੀ ਲਓ ਜੀ ਆਹ ਕਿ ਮੈਂ ਜੰਜਾਲ ਛੇੜ ਲਿਆ। ਮੈਨੂੰ ਰੱਬ ਦਾ ਅਹਿਸਾਸ ਹੋਣ ਲੱਗ ਪਿਆ ਹੈ, ਮੈਂ ਰੱਬ ਨੂੰ ਨੇੜੇ ਸਮਝਦਾ ਹਾਂ, ਪਰਮੇਸ਼ਰ ਦੇ ਗੁਣਾਂ ਦਾ ਧਿਆਨ ਕਰਦਾ ਹਾਂ, ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦਾ ਹਾਂ। ਤੇ ਇਹ ਸਾਰਾ ਪ੍ਰੋਸੈਸ ਕਰਦਿਆਂ, ਇਹ ਸਾਰਾ ਸਫ਼ਰ ਕਰਦਿਆਂ ਮੈਨੂੰ ਕਿਤੇ ਅਕੇਵਾਂ ਹੋਣ ਲੱਗ ਪਵੇ ਜਾਂ ਮੈਂ ਆਖਾਂ ਛੱਡੋ ਪਰੇ ਬਹੁਤ ਹੋ ਗਿਆ, ਹੁਣ ਇਹ ਤੋਂ ਵੱਧ ਨਹੀਂ। ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਬਣਦੀ, ਇਸ ਤਰ੍ਹਾਂ ਦੀ ਮਾਨਸਿਕ ਹਾਲਤ ਆਉਂਦੀ ਹੀ ਨਹੀਂ। ਮਨ ਦੇ ਅੰਦਰ ਇਸ ਤਰ੍ਹਾਂ ਦਾ ਭਾਵ ਹੀ ਨਹੀਂ ਉੱਠਦਾ ਤੇ ਨਾ ਜੀਵਨ ਅੰਦਰ ਇਸ ਤਰ੍ਹਾਂ ਦੀ ਤੰਗ ਦਿਲੀ ਪੈਦਾ ਹੁੰਦੀ। ਕਹਿੰਦੇ ਇੱਥੇ ਤਾਂ ਸਗੋਂ ਹੋਰ ਚਾਅ ਤੇ ਉਤਸ਼ਾਹ ਤੁਹਾਡਾ ਵੱਧਦਾ ਜਾਂਦਾ। ਇੱਥੇ ਤੁਹਾਡੇ ਅੰਦਰ ਉਸ ਚੰਗਿਆਈ ਨੂੰ ਕਮਾਉਣ ਦੀ ਇੱਛਾ ਹੋਰ ਪ੍ਰਬਲ ਹੁੰਦੀ ਜਾਂਦੀ ਹੈ। ਇੱਥੇ ਧਰਮ ਦੇ ਮਾਰਗ ਦੇ ਉੱਤੇ ਚੱਲਣ ਦਾ, ਰੱਬੀ ਗੁਣਾਂ ਦਾ ਅਹਿਸਾਸ ਕਰਨ ਦਾ, ਵਾਹਿਗੁਰੂ ਦੀ ਇਬਾਦਤ ਕਰਨ ਦਾ, ਆਪਣੇ ਆਚਰਣ ਨੂੰ ਘੜਨ ਦਾ ਹੋਰ ਅੰਦਰ ਜਿਹੜਾ ਹੈ ਉਤਸ਼ਾਹ ਪ੍ਰਬਲ ਹੁੰਦਾ ਜਾਂਦਾ, ਵੱਧਦਾ ਤੁਰਿਆ ਜਾਂਦਾ। ਘਾਟੇ ਬੰਦਾ ਸੌਦਾ ਨਹੀਂ ਹੈ ਤੇ ਨਾ ਹੀ ਅਕੇਵਾਂ ਹੁੰਦਾ ਵੀ ਮੈਂ ਕੱਲ੍ਹ ਨੂੰ ਇਹ ਰਾਹ ਫੜ ਲਿਆ। ਇੱਥੇ ਬੰਦਾ ਹਰ ਕੁਰਬਾਨੀ ਖੁਸ਼ੀ ਨਾਲ ਕਰ ਦਿੰਦਾ। ਇਸ ਰਾਹ ਦੇ ਉੱਤੇ ਅਜਿਹਾ ਕਰਦਿਆਂ ਹੋਇਆਂ ਹਰ ਇੱਕ ਘਾਲਣਾ ਜਿਹੜੀ ਉਹ ਬੜੇ ਚਾਅ ਨਾਲ ਕਰਦਾ ਹੈ। ਭਾਈ ਲਹਿਣਾ ਜੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੀ ਸੋਭਤ ਵਿੱਚ 7 ਸਾਲ ਰਹੇ। ਆਪਾਂ ਉਦਾਹਰਣ ਸਮਝਣੀ ਹੈ ਤਾਂ ਕਿ ਭਾਵ ਜਿਹੜਾ ਉਹ ਸਾਡੀ ਸਮਝ ਵਿੱਚ ਆ ਜਾਏ। ਉਹਨਾਂ ਨੇ ਬੜੀ ਘਾਲਣਾ ਘਾਲੀ, ਜਿਹੜੇ ਕੰਮ ਕਠਨ ਸਨ ਨਾ ਉਹਨਾਂ ਵਾਸਤੇ। ਵੇਖੋ, ਇੱਕ ਪੜ੍ਹੀ ਲਿਖੀ ਸ਼ਖਸੀਅਤ ਹੈ, ਸਮੇਂ ਦੀ, ਵਪਾਰ ਕਰਦੀ ਹੈ, ਸਮਾਜ ਵਿੱਚ ਵੀ ਉਹਦਾ ਚੰਗਾ ਮਾਣ ਤਾਣ ਬਣਿਆ ਹੋਇਆ ਹੈ, ਘਰ ਪਰਿਵਾਰ ਵੀ ਬਹੁਤ ਵਧੀਆ ਹੈ, ਬੱਚੇ ਪਤਨੀ ਸਾਰਾ ਆਲਾ ਦੁਆਲਾ ਜਿਹੜਾ ਉਹਨਾਂ ਦੀ ਰਿਸਪੈਕਟ ਕਰਦਾ। ਪਰ ਉਹਨਾਂ ਦੇ ਅੰਦਰ ਇੱਕ ਖਿੱਚ ਬਣ ਗਈ ਗੁਰੂ ਨਾਨਕ ਮਹਾਰਾਜ ਦੇ ਰਾਹ ਦੇ ਉੱਤੇ ਚੱਲਣ ਦੀ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਜਿਹੜੀ ਘਾੜਤ ਉਹ ਆਪਣੇ ਮੁਤਾਬਕ, ਗੁਰੂ ਦਾ ਫਰਜ਼ ਹੈ, ਗੁਰੂ ਸਿੱਖ ਦੀ ਘਾੜਤ ਆਪਣੇ ਮੁਤਾਬਕ ਕਰਦਾ। ਹਾਲਾਂਕਿ ਆਪਾਂ ਸਾਰੇ ਜਿਹੜੇ ਨਾ, ਸਾਡੇ ਜੀਵਨ ਜਿਹੜੇ ਨੇ, ਮੈਂ ਖੁਦ ਦੀ ਗੱਲ ਕਰਾਂ, ਸਾਡਾ ਕੱਚਾ ਜੀਵਨ ਜਿਹੜਾ ਹੈ ਉਹਦੇ ਵਿੱਚੋਂ ਇਹ ਦਲੀਲਬਾਜ਼ੀ ਨਿਕਲਦੀ ਹੁੰਦੀ ਹੈ ਵੀ ਗੁਰੂ ਦੀ ਮੱਤ ਉੱਤੇ ਮੇਰੀ ਮੱਤ ਹਾਵੀ ਹੋ ਜਾਏ। ਮੈਂ ਆ ਚਾਹੁੰਦਾ ਹਾਂ, ਗੁਰੂ ਨੂੰ ਐਵੇਂ ਕਰਨਾ ਚਾਹੀਦਾ ਹੈ, ਮੇਰੀ ਇਹ ਮਰਜ਼ੀ ਹੈ, ਗੁਰੂ ਨੂੰ ਐਵੇਂ। ਉਹ ਹਰ ਬੰਦਾ ਐਵੇਂ ਕਹਿੰਦਾ, ਜੇ ਮਹਾਰਾਜ ਐਵੇਂ ਕਰ ਦਿੰਦੇ ਨਾ ਤੇ ਬੜਾ ਵਧੀਆ ਹੁੰਦਾ। ਜੇ ਮਹਾਰਾਜ ਇਸ ਚੀਜ਼ ਵਿੱਚ ਥੋੜ੍ਹੀ ਜਿਹੀ ਛੋਟ ਦੇ ਦਿੰਦੇ ਜਾਂ ਆਹ ਚੀਜ਼ ਨਾ ਕਹਿੰਦੇ ਜਾਂ ਇਸ ਤਰ੍ਹਾਂ ਨਾ ਹੁੰਦਾ। ਉਹ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਨਾ, ਉਦੋਂ ਮਤਲਬ ਹੁੰਦਾ ਹੈ ਕਿ ਅਸੀਂ ਬਹੁਤ ਦਾਨੇ ਹਾਂ, ਸਾਨੂੰ ਸਿੱਖੀ ਆਪਣੇ ਵਰਗੀ ਚਾਹੀਦੀ। ਜੋ ਮੈਂ ਸੋਚਦਾ ਉਹੋ ਜਿਹੀ ਸਿੱਖੀ ਚਾਹੀਦੀ ਹੈ। ਜਿਸ ਤਰ੍ਹਾਂ ਦਾ ਮੇਰਾ ਆਪਣਾ ਸੁਭਾਅ ਹੈ, ਵਿਹਾਰ ਹੈ, ਜਿੰਨਾ ਕੁ ਮੈਂ ਕਰ ਸਕਦਾ, ਵੀ ਸਿੱਖੀ ਵੀ ਓਨੀ ਕੀ ਚਾਹੀਦੀ ਹੈ, ਉਦੋਂ ਵੱਧ ਨਹੀਂ ਚਾਹੀਦੀ। ਮੇਰੀਆਂ ਲਿਮਿਟੇਸ਼ਨਸ ਨੇ, ਤਾਂ ਸਿੱਖੀ ਵੀ ਓਨੀ ਲਿਮਟਡ ਹੀ ਹੋਣੀ ਚਾਹੀਦੀ ਹੈ। ਗੁਰੂ ਮਹਾਰਾਜ ਦਾ ਮਾਰਗ ਬੜਾ ਵਿਆਪਕ ਮਾਰਗ ਹੈ। ਸਤਿਗੁਰੂ ਸਾਡੇ ਤੋਂ ਉੱਚੇ ਹਨ, ਅਸੀਂ ਉਹਨਾਂ ਦੀ ਉਚਾਈ ਤੱਕ ਪਹੁੰਚਣਾ ਹੈ। ਗੁਰੂ ਨੂੰ ਇਹ ਸਲਾਹ ਨਹੀਂ ਦੇਣੀ ਵੀ ਤੁਸੀਂ ਸਾਡੀ ਜਗ੍ਹਾ ਤੇ ਨੀਵੇਂ ਜਗ੍ਹਾ ਆ ਜਾਓ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ। ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੋ ਕਈ ਵਾਰ ਇਸ ਤਰ੍ਹਾਂ ਵੀ ਇਹ ਸਾਡੇ ਅੰਦਰ ਦੀ ਬੇਮੁਖਤਾਈ ਦੀ ਅਵਸਥਾ ਵਿੱਚੋਂ ਇਹੋ ਜਿਹੇ ਬੋਲ ਨਿਕਲਦੇ ਨੇ, ਜਾਂ ਇਹੋ ਜਿਹੀ ਭਾਵਨਾ ਜਾਂ ਇਹੋ ਜਿਹੀ ਫੀਲਿੰਗ ਸਾਨੂੰ ਜੇ ਆਉਂਦੀ ਹੈ ਤਾਂ ਸਮਝੋ ਅੰਦਰ ਪ੍ਰੋਬਲਮ। ਤੋ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਰਗ ਤੇ ਚੱਲ ਰਹੇ ਨੇ ਭਾਈ ਲਹਿਣਾ ਜੀ, ਤੇ ਸਤਿਗੁਰੂ ਜੀ ਆਪਣੀ ਜੁਗਤ ਮੁਤਾਬਕ ਘੜ ਰਹੇ ਨੇ ਭਾਈ ਲਹਿਣਾ ਜੀ ਦੇ ਜੀਵਨ। ਉਹਨਾਂ ਨੂੰ ਫਿਜ਼ੀਕਲੀ, ਮੈਂਟਲੀ, ਆਤਮਿਕ ਤੌਰ ਦੇ ਉੱਤੇ ਹਰ ਤਰ੍ਹਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਕੋਲੋਂ ਘਾਲਣਾ, ਮਿਹਨਤ ਜਿਹੜੀ ਵੀ ਗੁਰਮਤਿ ਮਾਰਗ ਦੇ ਵਿੱਚ ਜ਼ਰੂਰੀ ਮਹਾਰਾਜ ਨੂੰ ਲੱਗੀ, ਉਹ ਸਾਰੀ ਕੁਝ ਸਾਖੀਆਂ ਜਿਹੜੀਆਂ ਉਹ ਤਾਂ ਬਿੰਬ ਹੈ,
ਪ੍ਰਤੀਕ ਵੀ ਉਹ ਕੰਮ ਵੀ ਉਹਨਾਂ ਨੇ ਕੀਤੇ ਜਿਹੜੇ ਫਿਜ਼ੀਕਲੀ ਉਹਨਾਂ ਦੇ ਖੇਤਰ ਵਿੱਚ ਅਜੇ ਤੱਕ ਨਹੀਂ ਸੀ ਆਏ, ਜਾਂ ਉਹਨਾਂ ਨੂੰ ਕਰਨ ਦੀ ਲੋੜ ਹੀ ਨਹੀਂ ਸੀ ਪਈ। ਪੜ੍ਹੇ ਲਿਖੇ ਸਨ, ਵਪਾਰੀ ਸਨ, ਤੋ ਸਾਰੀ ਜਿਹੜੀ ਮਿਹਨਤ ਹੈ ਉਹ ਇੱਕ ਵੱਖਰੇ ਕਿਸਮ ਦੀ ਸੀ, ਫੀਲਡ ਵੱਖਰਾ ਸੀ। ਇੱਥੇ ਨਦੀਨ ਵੀ ਕੱਢਿਆ, ਜਲ ਵੀ ਢੋਇਆ, ਝਾੜੂ ਵੀ ਦਿੱਤਾ, ਜੋੜੇ ਵੀ ਝਾੜੇ, ਲੰਗਰ ਵੀ ਬਣਾਇਆ, ਗੁਰੂ ਸਾਹਿਬ ਜੀ ਦੀ ਸੇਵਾ ਵੀ ਕੀਤੀ, ਸੋਭਤ ਸੰਗਤ ਵੀ ਕੀਤੀ, ਆਮ ਸਧਾਰਨ ਲੋਕਾਂ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਵੀ ਛਕਿਆ। ਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਸੀ ਵੀ ਇੱਕ ਪਾਣ ਚਾੜਨੇ ਵੀ ਸਿੱਖੀ ਕੀ ਹੈ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਜੀਵਨ ਵਿੱਚ ਇੰਪਲੀਮੈਂਟ ਕਿਹੜੇ ਰੂਪ 'ਚ ਹੋਏਗਾ, ਕਿਵੇਂ ਉਹਨੂੰ ਕਮਾਇਆ ਜਾਏਗਾ। ਪਰ ਕਿਤੇ ਵੀ ਐਸਾ ਜ਼ਿਕਰ ਨਹੀਂ ਹੈ ਤੇ ਨਾ ਹੋਇਆ ਨਾ ਵਾਪਰਿਆ ਵੀ ਭਾਈ ਲਹਿਣਾ ਜੀ ਕਦੇ ਅੱਕੇ ਹੋਣ। ਆਖਾ ਵੇ ਬਸ ਬਹੁਤ ਹੋਇਆ, 7 ਸਾਲ ਹੋ ਗਏ ਨੇ, ਜੋ ਗੁਰੂ ਸਾਹਿਬ ਕਹਿ ਰਹੇ ਮੈਂ ਕਰੀ ਜਾ ਰਿਹਾ, ਪਾਣੀ ਵੀ ਢੋ ਰਿਹਾ, ਸੇਵਾ ਵੀ ਕਰ ਰਿਹਾ, ਝਾੜੂ ਵੀ ਦੇ ਰਿਹਾ। ਭਲਾ ਇਹ ਮੇਰੇ ਕਰਨ ਗੋਚਰੇ ਕੰਮ ਸਨ? ਮੇਰੇ ਘਰ ਵਿੱਚ ਮੈਂ ਖੁਦ ਵਪਾਰੀ ਦੁਕਾਨਦਾਰ ਹਾਂ, ਮੈਂ ਤੇ ਨੌਕਰ ਰੱਖ ਕੇ ਕੰਮ ਕਰਾਉਣਾ, ਇੱਥੇ ਮੈਨੂੰ ਖੁਦ ਕਰਨਾ ਪੈਂਦਾ। ਪਰ ਨਹੀਂ, ਚਾਹ ਹੋਰ, ਉਤਸ਼ਾਹ ਹੋਰ ਦੂਣਾ ਚੌਣਾ ਹੁੰਦਾ ਰਿਹਾ, ਅੰਦਰ ਉਤਸੁਕਤਾ ਹੋਰ ਬਣਦੀ ਰਹੀ, ਹੋਰ ਉਹਨਾਂ ਦੇ ਅੰਦਰ ਪ੍ਰੇਮ ਦਾ ਵਾਧਾ ਹੁੰਦਾ ਰਿਹਾ, ਪ੍ਰੇਮ ਦੀ ਪੂੰਜੀ ਵਿੱਚ ਹੋਰ ਇਜ਼ਾਫਾ ਹੀ ਹੋਇਆ, ਘਾਟਾ ਨਹੀਂ ਪਿਆ। ਇਸ ਕਰਕੇ ਜਦੋਂ ਸਿਖਰ ਦੇ ਉੱਤੇ ਪਹੁੰਚੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਤੇਰੇ ਵਿੱਚ ਤੇ ਮੇਰੇ ਵਿੱਚ ਕਾਈ ਭੇਦ ਨਹੀਂ, ਕੋਈ ਫਰਕ ਨਹੀਂ ਰਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਐਸੀ ਹੀ ਮਨੋ ਅਵਸਥਾ ਦਾ ਜ਼ਿਕਰ ਭਗਤ ਕਬੀਰ ਜੀ ਮਹਾਰਾਜ ਕਰ ਰਹੇ ਨੇ। ਮਾਧੋ, ਇਹ ਮਾਇਆ ਦੇ ਸਿਰਜਣਹਾਰ ਪਰਮੇਸ਼ਰ, ਜਲ ਕੀ ਪਿਆਸ ਨਾ ਜਾਏ, ਤੇਰੇ ਨਾਮ ਅੰਮ੍ਰਿਤ ਨੂੰ ਪੀਂਦਿਆਂ ਹੋਇਆਂ ਮੇਰੀ ਤ੍ਰੇ ਮਿਟ ਨਹੀਂ ਰਹੀ। ਭਾਵ ਮੈਂ ਇਹ ਨਹੀਂ ਕਹਾਂਗਾ ਕਿ ਬਸ ਮੈਨੂੰ ਹੁਣ ਹੋਰ ਲੋੜ ਨਹੀਂ, ਮੇਰੇ ਅੰਦਰ ਨਾ ਅਕੇਵਾਂ ਹੋ ਰਿਹਾ ਤੇ ਨਾ ਰੁਕਣ ਦੀ ਇੱਛਾ ਹੈ। ਮੈਂ ਤਾਂ ਇਸ ਮਾਰਗ ਦੇ ਉੱਤੇ ਨਿਰੰਤਰ ਹੀ ਤੁਰਿਆ ਜਾਣਾ ਚਾਹੁੰਦਾ, ਨਿਰੰਤਰ ਹੀ ਤੁਰਿਆ ਜਾਣਾ ਚਾਹੁੰਦਾ, ਇਹਨੂੰ ਛੱਡਣਾ ਨਹੀਂ ਚਾਹੁੰਦਾ, ਕਿਉਂਕਿ ਇਹਨੂੰ ਮੈਂ ਇੰਜੋਏ ਕਰਦਾ, ਇਹਦੇ ਚੋਂ ਮੈਨੂੰ ਖੁਸ਼ੀ ਤੇ ਸੰਤੁਸ਼ਟੀ ਹਾਸਲ ਹੁੰਦੀ ਹੈ। ਇਸ ਕਰਕੇ ਨਾ ਮੇਰਾ ਉਤਸ਼ਾਹ ਮੱਠਾ ਪੈਂਦਾ ਹੈ, ਨਾ ਮੇਰੇ ਅੰਦਰੋਂ ਪਿਆਰ ਘਟਦਾ ਹੈ। ਜਿਸ ਨੂੰ ਭਗਤ ਕਬੀਰ ਸਾਹਿਬ ਦਾ ਆਪਾਂ ਇੱਕ ਸ਼ਬਦ ਵਿਚਾਰਿਆ ਸੀ, ਜਿੱਥੇ ਉਹ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮਤਾ ਮੇਰਾ ਪ੍ਰੇਮ ਦੇ ਵਿੱਚ ਕੋਈ ਘਾਟਾ ਪਵੇ, ਪ੍ਰੇਮ ਦੀ ਅਵਸਥਾ ਵਿੱਚ ਕੋਈ ਘਾਟਾ ਪਵੇ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਜਿੰਦ ਵਟੇ ਪ੍ਰੇਮ ਵਿਹਾਜੈ, ਆਪਣੀ ਮਨਮਤ ਤਿਆਗ ਕੇ, ਆਪਣਾ ਵਜੂਦ ਸਮਰਪਿਤ ਕਰਕੇ, ਇਹਦੇ 'ਚ ਘਾਟਾ ਨਹੀਂ ਪੈਣਾ ਚਾਹੀਦਾ, ਨਾ ਮੈਂ ਪੈਣ ਦਿਆਂਗਾ। ਤੋ ਗੁਰੂ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਹਨ, ਫਰਮਾਉਂਦੇ ਨੇ ਜਲ ਮੈਂ ਅਗਨ ਉਠੀ ਅਦਕਾਏ, ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਂਦਿਆਂ ਹੋਇਆਂ ਮੇਰੇ ਅੰਦਰ ਹੋਰ ਅਗਨੀ ਜਿਹੜੀ ਹੈ ਉਹ ਉੱਠ ਰਹੀ ਹੈ, ਤੇਜ਼ ਹੋ ਰਹੀ। ਜਿਵੇਂ ਅੱਗ ਦੇ ਵਿੱਚ ਬਾਲਣ ਪਾਈਦਾ ਤੇ ਅੱਗ ਜ਼ਿਆਦਾ ਬਲਦੀ ਹੈ ਨਾ, ਕਹਿੰਦੇ ਜਿਉਂ-ਜਿਉਂ ਮੈਂ ਕਮਾਈ ਕਰ ਰਿਹਾ, ਜਿਉਂ-ਜਿਉਂ ਮੈਂ ਆਪਣੇ ਜੀਵਨ ਵਿੱਚ ਸੱਚ ਧਰਮ ਦਾ ਅਭਿਆਸ ਕਰ ਰਿਹਾ, ਤਿਉਂ ਤੋਂ ਮੇਰੇ ਅੰਦਰ ਉਤਸ਼ਾਹ ਤੇ ਪ੍ਰੇਮ ਦੋਵੇਂ ਚੀਜ਼ਾਂ ਦਾ ਵਾਧਾ ਹੀ ਹੋ ਰਿਹਾ। ਫਿਰ ਫਰਮਾਉਂਦੇ ਹਨ ਮੇਰਾ ਜਿਹੜਾ ਰਿਸ਼ਤਾ ਹੈ ਉਸ ਪਰਮੇਸ਼ਰ ਨਾਲ ਉਹ ਕੀ, ਕਹਿੰਦੇ ਤੂੰ ਜਲ ਨਿਧ ਹਉ ਜਲ ਕਾ ਮੀਨ, ਹੇ ਵਾਹਿਗੁਰੂ ਤੂੰ ਤਾਂ ਗੁਣਾਂ ਦਾ ਸਮੁੰਦਰ ਹੈ ਤੇ ਮੈਂ ਉਸ ਮੀਨ ਮੱਛ ਵਰਗਾ ਹਾਂ, ਮਛਲੀ ਵਰਗਾ ਹਾਂ ਜਿਹੜੀ ਪਾਣੀ ਵਿੱਚ ਰਹਿੰਦੀ ਹੈ। ਜਲ ਮੈਂ ਰਹੂੰ ਜਲੇ ਬਿਨ ਖੀਰ, ਉਹ ਮਛਲੀ ਜਿਹੜੀ ਪਾਣੀ ਵਿੱਚ ਰਹਿੰਦੀ, ਪਾਣੀ ਤੋਂ ਬਿਨਾਂ ਤੇ ਉਹ ਖੀਨ ਕਮਜ਼ੋਰ ਮਰ ਜਾਂਦੀ ਹੈ। ਉਹਦਾ ਸੰਸਾਰ ਪਾਣੀ ਹੈ, ਉਹਦੀ ਦੁਨੀਆ ਪਾਣੀ ਹੈ, ਉਹਦਾ ਜੀਵਨ ਪਾਣੀ ਹੈ। ਮੇਰਾ ਤੇਰੇ ਨਾਲ ਰਿਸ਼ਤਾ ਇਸ ਤਰ੍ਹਾਂ ਦਾ ਵੀ ਹੁਣ ਮੈਂ ਤੇਰੇ ਕਰਕੇ ਜਿਉਂਦਾ, ਮੇਰਾ ਆਤਮਿਕ ਜੀਵਨ ਜਿਹੜਾ ਉਹ ਤੇਰੇ ਕਰਕੇ ਹੈ, ਤੇਰੇ ਬਿਨਾਂ ਤਾਂ ਆਤਮਿਕ ਮੌਤ ਹੀ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਕਿਹੜਾ ਜੀਵਨ ਹੈ ਜਿਹੜਾ ਆਖਣ ਨਾਲ ਬਣਦਾ ਹੈ, ਵਿਸਰ ਜਾਣ ਨਾਲ ਖਤਮ ਹੋ ਜਾਂਦਾ ਹੈ? ਇਹ ਹੈ ਆਤਮਿਕ ਜੀਵਨ, ਅੰਦਰ ਦਾ ਉਹ ਗੁਣਵਾਚਕ ਜੀਵਨ, ਗੁਣ ਪ੍ਰਭਾਵੀ ਜੀਵਨ, ਉਹ ਸਹਿਜ, ਉਹ ਸਬਰ, ਉਹ ਸੰਤੋਖ, ਉਹਦੀ ਲਗਾਤਾਰ ਜਿਹੜਾ ਅਭਿਆਸ
ਪ੍ਰੈਕਟਿਸ ਹੈ ਆਪਣੇ ਮੂਲ ਨਾਲ ਜੁੜੇ ਰਹਿਣਾ, ਤਾਂ ਕਿ ਉਹਨਾਂ ਗੁਣਾਂ ਦੇ ਆਧਾਰ 'ਤੇ ਹੀ ਮੈਂ ਜੀਵਨ ਜਿਉਂਦਾ ਰਹਾਂ। ਕਿਉਂਕਿ ਹਰ ਚੀਜ਼ ਦਾ ਸੰਸਾਰ ਵਿੱਚ ਅਭਿਆਸ ਹੈ। ਜਿਹੜਾ ਬੰਦਾ ਕੌੜਾ ਬੋਲਣ ਲੱਗ ਗਿਆ, ਇੱਕ ਦਿਨ ਨਹੀਂ ਲੱਗ ਗਿਆ, ਆਦਤ ਇੰਨੀ ਪਕਾਈ ਹੋਈ ਹੈ ਵੀ ਹੁਣ ਉਹਦੀ ਬਣਤਰ ਵਿੱਚ ਹੀ ਉਹ ਚੀਜ਼ ਵਸ ਗਈ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਨਾ ਵੀ ਇਹ ਮਸ਼ੱਕਤ ਹੈ ਭਾਈ, ਆਪਣੇ ਆਪ ਨੂੰ ਬਦਲਣਾ ਬੜੀ ਵੱਡੀ ਮਸ਼ੱਕਤ ਹੈ। ਦੂਜੇ ਨੂੰ ਸਲਾਹ ਦੇਣੀ ਤੇ ਬੜੀ ਸੌਖੀ ਹੁੰਦੀ ਹੈ, ਤੁਸੀਂ ਐਵੇਂ ਕਰੋ, ਇਹਨੂੰ ਐਵੇਂ ਕਰਨਾ ਚਾਹੀਦਾ ਹੈ, ਠੀਕ ਹੈ, ਸਲਾਹ ਮਾੜੀ ਨਹੀਂ, ਪਰ ਜਦੋਂ ਇਹ ਸਲਾਹ ਖੁਦ ਮੰਨਣੀ ਪਵੇ ਤੇ ਬਹੁਤ ਔਖਾ ਪੈਂਡਾ ਤੈਅ ਕਰਨਾ ਪੈਂਦਾ, ਤਕਲੀਫ ਚੋਂ ਲੰਘਣਾ ਪੈਂਦਾ। ਫਿਰ ਤਾਂ ਬੰਦਾ ਕਹਿ ਦਿੰਦਾ ਤੂੰ ਜ਼ਿਆਦਾ ਸਿਆਣਾ, ਮੈਨੂੰ ਮੱਤਾਂ ਦਿੰਦਾ। ਉਹ ਬੰਦਾ ਕਿਉਂ ਕਹਿੰਦਾ? ਜਦੋਂ ਉਹਨੂੰ ਖੁਦ ਨੂੰ ਲੱਗਦਾ ਵੀ ਕੰਮ ਔਖਾ ਹੈ, ਨਹੀਂ ਗੱਲ ਹੋਣੀ, ਇਸ ਕਰਕੇ ਇਹਨੂੰ ਹੀ ਟਾਰਗੇਟ ਕਰੋ, ਤੂੰ ਜ਼ਿਆਦਾ ਸਿਆਣਾ। ਮਨੁੱਖ ਆਪਣਾ ਬਚਾਅ ਕਰਦਾ ਹੈ, ਖੁਦ ਉਹ ਗੱਲ ਨਾਲ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ, ਚੰਗਾ ਬਣਨ ਦੀ ਕੋਸ਼ਿਸ਼ ਕਰਦਾ। ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਇਸ ਵਾਸਤੇ ਅਸੀਂ ਆਪਣੇ ਜੀਵਨ ਦੀ ਕਮਜ਼ੋਰੀ ਨੂੰ ਪ੍ਰੋਟੈਕਟ ਕਰਨ ਵਾਸਤੇ ਢਾਲ ਬਣਾਈ ਹੁੰਦੀ ਹੈ ਕਿਸੇ ਨਾ ਕਿਸੇ ਚੀਜ਼ ਦੀ। ਪਰ ਜਿਨ੍ਹਾਂ ਨੇ ਆਪਣੇ ਜੀਵਨ ਦਾ ਉਦੇਸ਼ ਮਿਥ ਲਿਆ ਹੋਵੇ, ਸਾਂਝ ਕਰੀਜੈ ਗੁਨਾਹ ਕੇਰੀ ਛੋੜ ਔਗਣ ਚੱਲੀ ਹੈ। ਵੇਖੋ ਨਾ, ਦੋ ਤਰ੍ਹਾਂ ਦਾ ਜੀਵਨ ਹੈ। ਜਿਹਨੇ ਗੁਣ ਗ੍ਰਹਿਣ ਕਰਨਾ ਹੈ, ਉਹਨੇ ਸਾਰ, ਗੁਣ, ਤੱਤ ਹਰ ਜਗ੍ਹਾ ਤੋਂ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ। ਉਹਦੇ ਲਈ ਕੋਈ ਹੀਣ ਭਾਵਨਾ ਨਹੀਂ ਹੁੰਦੀ, ਮੈਂ ਕਿਉਂ ਸਿੱਖਾਂ, ਮੈਂ ਕਿਉਂ ਪੁੱਛਾਂ। ਵੇਖੋ, ਨਿੱਕੀਆਂ ਨਿੱਕੀਆਂ ਚੀਜ਼ਾਂ ਆਉਂਦੀਆਂ ਨੇ, ਇਲੈਕਟ੍ਰੋਨਿਕ ਨੇ, ਕਿੰਨੀਆਂ ਵਸਤੂਆਂ ਨੇ ਜਿਹੜੀਆਂ ਆਪਾਂ ਨਹੀਂ ਵੇਖੀਆਂ, ਗਾਂ ਬੱਚੇ ਵੇਖ ਰਹੇ ਨੇ। ਇੱਥੋਂ ਤੱਕ ਆ ਫੋਨ ਹੀ ਹੈ, ਆਪਾਂ ਲੈ ਕੇ ਵੀ ਆਈਏ ਨਾ, ਮੇਰਾ ਖਿਆਲ ਆ ਵੀ 6 ਮਹੀਨੇ ਸਾਨੂੰ ਲੱਗ ਜਾਂਦੇ ਨੇ ਕਈ ਵਾਰ। ਬਹੁਤੇ ਤਾਂ ਫੰਕਸ਼ਨ ਆਪਾਂ ਨੂੰ ਪਤਾ ਹੀ ਨਹੀਂ ਉਹਦੇ ਵੀ ਇਹ ਕਾਹਦੇ ਲਈ ਕੰਮ ਕਰਦੇ ਨੇ। ਕਈ ਵਾਰ ਬੱਚਾ ਜਿਹੜਾ ਉਹ ਦੱਸਦਾ ਐਵੇਂ ਨਹੀਂ ਜੀ, ਐਵੇਂ ਕਰੋ, ਤੇ ਆਪਾਂ ਉਹਦੇ ਕੋਲ ਵੀ ਨਹੀਂ, ਤੂੰ ਦੱਸ ਮੈਨੂੰ। ਹੁਣ ਉੱਥੇ ਸਾਨੂੰ ਪਤਾ ਹੁੰਦਾ ਹੈ ਨਾ ਵੀ ਫੋਨ ਤੋਂ ਬਿਨਾਂ ਸਰਨਾ ਨਹੀਂ। ਤੇ ਬੜੇ ਸਟੂਡੈਂਟ ਜੇ ਬਣ ਕੇ ਆਪਾਂ ਆਪਦੇ ਪੋਤਰੇ ਕੋਲ, ਦੋਤਰੇ ਕੋਲ, ਪੋਤੀ ਦੋਤੀ ਕੋਲ, ਆਪਣੇ ਛੋਟੇ ਬੱਚੇ ਕੋਲ ਉਹਨੂੰ ਬੜੇ ਪਿਆਰ ਨਾਲ ਕਹਿੰਦੇ ਚੱਲ ਤੂੰ ਦੱਸ। ਫਿਰ ਉਹ ਸਾਨੂੰ ਦੱਸਦਾ ਐਵੇਂ ਨਹੀਂ, ਐਵੇਂ ਕਰਨਾ ਹੈ, ਕਿਉਂਕਿ ਉਹਦੀ ਸਾਨੂੰ ਪਤਾ ਇਹ ਤੋਂ ਬਿਨਾਂ ਸਰਨਾ ਨਹੀਂ, ਤੇ ਪੁੱਛ ਲੈਂਦੇ ਹਾਂ। ਤੇ ਜੇ ਉਹੀ ਦੋਤਾ ਪੋਤਾ, ਉਹੀ ਦੋਤੀ ਪੋਤੀ ਕਹਿ ਦੇ ਬਾਪੂ ਜੀ ਸ਼ਰਾਬ ਛੱਡ ਦਿਓ, ਗਲ ਪੈ ਜਾਂਦੇ, ਤੂੰ ਜ਼ਿਆਦਾ ਵੱਡਾ ਹੈ, ਤੂੰ ਜ਼ਿਆਦਾ ਸਿਆਣਾ ਹੈ, ਤੈਨੂੰ ਜ਼ਿਆਦੀ ਅਕਲ ਹੈ, ਤੂੰ ਮੇਰਾ ਪਿਓ ਆ ਕਿ ਮੈਂ ਤੇਰਾ ਪਿਓ ਆ। ਹੁਣ ਉੱਥੇ ਪਤਾ ਹੈ ਵੀ ਇਹ ਸਲਾਹ ਮੰਨਣ ਦੀ ਲੋੜ ਕੋਈ ਨਹੀਂ, ਚੱਲਦਾ ਕੰਮ। ਤੇ ਇਹ ਸਲਾਹ ਜਦੋਂ ਡਾਕਟਰ ਦੇ ਦੇਵੇ ਵੀ ਕਿਡਨੀ ਡੈਮੇਜ ਹੋ ਜਾਣੀ, ਛੱਡ ਦੇ, ਫਿਰ ਬੜੀ ਛੇਤੀ ਬੰਦਾ ਪਰਹੇਜ਼ ਕਰਦਾ, ਵਿਆਹ ਨਹੀਂ ਜਾਂਦਾ। ਫਿਰ ਨਹੀਂ, ਪੀਤੀ ਜਾਣੀ ਹੈ, ਫਿਰ ਮੈਂ ਨਾ ਹੀ ਜਾਵਾਂ ਤੇ ਚੰਗਾ ਹੈ। ਚਲਾਕੀ, ਬੌਧਿਕ ਤੌਰ ਦੇ ਉੱਤੇ ਹੋਛੀ ਸਿਆਣਪ ਸਾਡੇ ਜੀਵਨ ਦੇ ਵਿੱਚ ਪਸਰ ਕੇ ਬੈਠੀ ਹੋਈ ਹੈ। ਜਿਹੜੀ ਚੀਜ਼ ਤੋਂ ਬਿਨਾਂ ਨਹੀਂ ਸਰਦਾ ਉੱਥੇ ਨਿਉ ਜਾਂਦੇ ਹਾਂ। ਜਿਹੜੀ ਚੀਜ਼ ਬਿਨਾਂ ਅਜੇ ਹਾਲ ਦੀ ਘੜੀ ਸਰ ਰਿਹਾ ਹੈ, ਉੱਥੇ ਹਉਮੈ ਤੇ ਹੰਕਾਰ ਦਾ ਪਸਾਰਾ ਹੈ। ਉੱਥੇ ਅਸੀਂ ਕਹਿੰਦੇ ਹਾਂ ਕੋਈ ਨਹੀਂ ਜੀ, ਚੱਲਦਾ ਹੈ, ਲੋਕ ਕਿਤੇ ਜ਼ਿਆਦਾ ਸਿਆਣੇ ਨੇ। ਸਾਹਿਬ ਸਤਿਗੁਰੂ ਮਹਾਰਾਜ ਨੇ ਇਸ ਫਰਮਾਇਆ ਵੀ ਸਿੱਖ ਦਾ ਜਿਹੜਾ ਜੀਵਨ ਉਹ ਕੀ ਹੈ? ਉਹ ਹੈ ਗੁਣ ਨਾਲ ਸਾਂਝ ਕਰਨੀ ਤੇ ਔਗਣ ਦਾ ਤਿਆਗ ਕਰਨਾ। ਸਿੱਖੀ ਇਹੋ ਹੀ ਹੈ। ਧਰਮ ਦੇ ਮਾਰਗ ਦਾ ਪੈਂਡਾ ਤਾਂ ਹੀ ਤੈਅ ਹੋ ਸਕਦਾ ਹੈ ਜੇ ਇਹ ਤਲਬ, ਜੇ ਜਗਿਆਸਾ, ਜੇ ਇੱਛਾ ਹੋਏਗੀ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ। ਤੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹਜ਼ੂਰ ਕਹਿੰਦੇ ਤੂੰ ਪਿੰਜਰ ਹੋਂ ਸੁਵਟਾ ਤੋਰ, ਜਮ ਮੰਜਾਰ ਕਹਾ ਕਰੈ ਮੋਰ। ਸੁਵਟਾ, ਪਿੰਜਰ, ਪਿੰਜਰ ਦਾ ਮਤਲਬ ਹੁੰਦਾ ਹੈ ਪਿੰਜਰਾ, ਛੋਟਾ ਜਿਹਾ ਪਿੰਜਰਾ। ਸੁਵਟਾ ਦਾ ਮਤਲਬ ਹੈ ਕਮਜ਼ੋਰ ਜਿਹਾ ਤੋਤਾ ਜਿਹੜਾ ਪਿੰਜਰੇ ਦੇ ਵਿੱਚ ਬੰਦ ਹੈ। ਹੁਣ ਜਿਹੜਾ ਪਿੰਜਰੇ ਦੇ ਵਿੱਚ ਪੰਛੀ ਬੰਦ ਹੈ, ਉਹਨੂੰ ਬਿੱਲੀ ਆ ਕੇ ਖਾ ਥੋੜਾ ਸਕਦੀ ਹੈ। ਇਸੇ ਤਰ੍ਹਾਂ ਭਗਤ ਜੀ ਮਹਾਰਾਜ ਕਹਿੰਦੇ ਨੇ, ਸਮਝੋ ਮੈਂ ਕਮਜ਼ੋਰ ਜਿਹਾ ਪੰਛੀ ਹਾਂ ਤੇ ਵਾਹਿਗੁਰੂ ਤੂੰ ਮੈਨੂੰ ਪ੍ਰੋਟੈਕਟ ਕਰਨ ਵਾਲਾ, ਮੇਰੀ ਰੱਖਿਆ ਕਰਨ ਵਾਲਾ, ਪਿੰਜਰੇ ਸਮਾਨ ਮੇਰਾ ਰੱਖਿਅਕ ਹੈ। ਜਮ ਮੰਜਾਰ, ਆਤਮਕ ਮੌਤ ਰੂਪ ਬਿੱਲਾ, ਸ਼ਿਕਾਰ ਮੈਨੂੰ ਆ ਕੇ ਆਪਣਾ ਸ਼ਿਕਾਰ ਨਹੀਂ ਬਣਾ ਸਕਦਾ। ਸ਼ਿਕਾਰੀ ਜਿਹੜਾ ਹੈ ਉਹ ਮੈਨੂੰ ਸ਼ਿਕਾਰ ਨਹੀਂ ਬਣਾ ਸਕਦਾ।
ਜੇ ਮੈਂ ਤੇਰੀ ਪਨਾਹ ਵਿੱਚ ਹਾਂ। ਜਿਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਤੇਰੀ ਪਨਾਹ ਖੁਦਾਏ ਤੂੰ ਬਖਸ਼ਿੰਦਗੀ। ਪਨਾਹ ਮਤਲਬ ਮੈਂ ਤੇਰੀ ਸ਼ਰਨ, ਮੈਂ ਤੇਰੀ ਸ਼ਰਨ ਵਿੱਚ, ਮੈਂ ਤੇਰੀ ਪਨਾਹ ਵਿੱਚ ਹਾਂ, ਮੈਂ ਤੇਰਾ ਪਨਾਹਗੀਰ ਹਾਂ। ਤੂੰ ਮੇਰੀ ਰੱਖਿਆ ਕਰਨ ਵਾਲਾ ਹੈ। ਜਿੰਨਾ ਚਿਰ ਤੂੰ ਮੇਰਾ ਰੱਖਿਆ ਕਰ ਮੈਨੂੰ ਖਤਰਾ ਕੋਈ ਨਹੀਂ, ਮੇਰੇ ਆਤਮਿਕ ਜੀਵਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚ ਸਕਦਾ। ਤੂੰ ਤਰਵਰ ਹੋਂ ਪੰਖੀ ਆ ਹੈ। ਇਹ ਵਾਹਿਗੁਰੂ ਤੂੰ ਉਸ ਰੁੱਖ ਵਰਗਾ ਹੈ ਜਿਸ ਉੱਤੇ ਆ ਕੇ ਪੰਛੀ ਆਸਰਾ ਲੈਂਦੇ ਨੇ, ਆਲਣਾ ਬਣਾਉਂਦੇ ਨੇ, ਖੁਰਾਕ ਖਾਂਦੇ ਨੇ, ਰਹਿੰਦੇ ਨੇ। ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਪਰ ਮੰਦ ਭਾਗੀ ਨੂੰ, ਜਿਸ ਦੇ ਅੰਦਰ ਆ ਉੱਪਰ ਦੱਸਿਆ ਪ੍ਰੇਮ ਨਹੀਂ ਹੈ, ਉਹ ਮੰਦ ਭਾਗੀ ਹੈ। ਜਿਸ ਦੇ ਅੰਦਰ ਇਹ ਉਤਸੁਕਤਾ ਨਹੀਂ ਹੈ ਚੰਗੇ ਰਾਹ ਦੇ ਉੱਤੇ ਚੱਲਣ ਦੀ, ਉਹ ਮੰਦ ਭਾਗੀ ਹੈ। ਉਹਨਾਂ ਨੂੰ ਕਦੇ ਤੇਰਾ ਦੀਦਾਰ ਨਹੀਂ ਹੁੰਦਾ, ਕਦੇ ਤੇਰਾ ਅਹਿਸਾਸ ਨਹੀਂ ਹੁੰਦਾ ਵੀ ਤੂੰ ਸਰਵਵਿਆਪੀ ਹੈ। ਫਿਰ ਫਰਮਾਉਂਦੇ ਨੇ ਤੂੰ ਸਤਿਗੁਰ ਹੋ ਨੌਤਨ ਚੇਲਾ। ਜਿਵੇਂ ਨਵਾਂ ਸੇਵਕ ਆਉਂਦਾ ਤੇ ਉਹ ਸਿੱਖਦਾ ਹੈ ਨਾ। ਮੰਨ ਲਓ ਕਿਸੇ ਅਧਿਆਪਕ ਕੋਲ ਨਵਾਂ ਸਟੂਡੈਂਟ ਜਾਂਦਾ ਹੈ, ਸਿੱਖਿਆਰਥੀ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਸਲੀਕਾ ਸਿੱਖਦਾ ਹੈ ਨਾ ਕਿ ਕਿਵੇਂ ਬਹਿਣਾ ਹੈ, ਕਿਵੇਂ ਉੱਠਣਾ ਹੈ, ਕਿਵੇਂ ਉਹਦੀ ਗੱਲ ਸੁਣਨੀ ਹੈ, ਕਿਵੇਂ ਲਿਖਣਾ ਹੈ, ਕਿਵੇਂ ਪੜ੍ਹਨਾ ਹੈ। ਹਰ ਚੀਜ਼ ਜੋ ਸਿਖਾਉਂਦਾ ਕਿਸੇ ਵੀ ਫੀਲਡ ਦਾ ਹੋਵੇ। ਜਿਹੜਾ ਨਵਾਂ ਸੇਵਕ ਉਹ ਪਹਿਲਾਂ ਤਹਿਜ਼ੀਬ ਸਿੱਖਦਾ ਹੈ। ਇਹ ਬਹੁਤ ਜ਼ਰੂਰੀ ਚੀਜ਼। ਜੇ ਉਹਨੂੰ ਇਹ ਨਹੀਂ ਪਤਾ ਵੀ ਸਾਹਮਣੇ ਉਸਤਾਦ ਆ ਰਹੇ ਨੂੰ ਬੁਲਾਉਣਾ ਵੀ ਹੈ ਕਿ ਨਹੀਂ, ਜਾਂ ਉਹਦੇ ਕੋਲ ਬਹਿਣਾ ਕਿਵੇਂ ਹੈ, ਜਾਂ ਉੱਥੇ ਉੱਠਣਾ ਕਿਵੇਂ ਹੈ, ਜਾਂ ਉਹਦੇ ਨਾਲ ਗੱਲ ਦਾ ਸਲੀਕਾ ਕਿਵੇਂ ਹੈ, ਪੁੱਛਣਾ ਕਿਵੇਂ ਹੈ, ਦੱਸਣਾ ਕਿਵੇਂ ਹੈ, ਅਗਲਾ ਸਫ਼ਰ ਉਹ ਕਿਵੇਂ ਤੈਅ ਕਰੇਗਾ। ਤਾਂ ਨਵਾਂ ਸਿਖਿਆਰਥੀ ਸਭ ਤੋਂ ਪਹਿਲਾਂ ਆਪਣੇ ਅਧਿਆਪਕ ਦੇ ਸੁਭਾਅ ਦਾ ਭੇਤ ਪਾਉਂਦਾ ਹੈ, ਉਹਦੇ ਨਾਲ ਇੱਕ ਰਿਲੇਸ਼ਨ ਜੋੜਦਾ ਹੈ ਵੀ ਮੈਂ ਹਾਂ ਸਿੱਖਣ ਵਾਲਾ ਤੇ ਉਹ ਹੈ ਉਸਤਾਦ। ਉਹਦੀ ਝਿੜਕ ਨੂੰ ਵੀ ਮੈਂ ਸਹਿਣਾ ਹੈ ਤੇ ਉਹਦੇ ਪ੍ਰੇਮ ਨੂੰ ਵੀ ਮੰਨਣਾ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਬਖਸ਼ੇ ਤਾਂ ਗੁਰ ਵਡਿਆਈ। ਤੇ ਜਿਹੜਾ ਸੇਵਕ ਬਣਨ ਦੀ ਇੱਛਾ ਰੱਖਦਾ, ਜੇ ਉਹ ਝਿੜਕ ਤੋਂ ਭੱਜਦਾ ਹੈ, ਜੇ ਉਹ ਸਤਿਕਾਰ ਨਹੀਂ ਕਰ ਸਕਦਾ, ਜੇ ਉਹ ਸਲੀਕਾ ਤਜੀਬ ਤਮੀਜ਼ ਨਹੀਂ ਸਿੱਖ ਸਕਦਾ, ਤਾਂ ਫਿਰ ਉਹ ਗੁਣ ਵੀ ਗ੍ਰਹਿਣ ਨਹੀਂ ਕਰ ਸਕਦਾ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਤੂੰ ਸਤਿਗੁਰ ਨੌਤਨ, ਮੈਂ ਤਾਂ ਨਵੇਂ ਸੇਵਕ ਵਰਗਾ ਜਿਹੜਾ ਅਜੇ ਤਹਿਜੀਬ ਸਿੱਖ ਰਿਹਾ, ਤਮੀਜ਼ ਸਿੱਖ ਰਿਹਾ, ਨਿਮਰਤਾ ਸਿੱਖ ਰਿਹਾ, ਝਿੜਕ ਕਿਵੇਂ ਸਹਿਣੀ ਹੈ ਇਹ ਸਿੱਖ ਰਿਹਾ, ਪਿਆਰ ਕਿਵੇਂ ਮੰਨਣਾ ਹੈ ਇਹ ਸਿੱਖ ਰਿਹਾ, ਤੇਰੇ ਨਾਲ ਰਿਸ਼ਤਾ ਕਿਵੇਂ ਜੋੜਨਾ ਹੈ ਇਸ ਕੋਸ਼ਿਸ਼ ਵਿੱਚ ਹਾਂ। ਇੱਕ ਨਵੇਂ ਸੇਵਕ ਵਾ। ਮੈਂ ਨਹੀਂ ਕਹਿੰਦਾ ਮੈਨੂੰ ਬਹੁਤ ਚਿਰ ਹੋ ਗਿਆ, ਮੈਂ ਨਹੀਂ ਕਹਿੰਦਾ ਮੈਂ ਇੰਨਾ ਪੈਂਡਾ ਤੈਅ ਕਰ ਲਿਆ, ਮੈਂ ਤਾਂ ਕਹਿੰਦਾ ਜੀ ਮੈਂ ਤਾਂ ਅਜੇ ਤੁਰਿਆ ਹੀ ਹਾਂ, ਮੈਂ ਤਾਂ ਅਜੇ ਨਵਾਂ। ਮੈਂ ਨਹੀਂ ਕਹਿੰਦਾ ਮੈਨੂੰ 20 ਸਾਲ ਬਾਣੀ ਪੜ੍ਹਦਿਆਂ ਹੋ ਗਏ, ਮੈਂ ਤਾਂ ਕਹਿੰਦਾ ਜੀ ਮੈਂ ਤਾਂ ਅਜੇ ਪਹਿਲਾ ਕਦਮ ਹੀ ਰੱਖਿਆ ਹੈ, ਤੇਰੀ ਦਲੀਜ਼ ਤੇ ਹੀ ਪਹੁੰਚਿਆ ਅਜੇ, ਅਜੇ ਤਾਂ ਤੇਰੇ ਵੱਲ ਨੂੰ ਰੁਖ ਹੀ ਕੀਤਾ ਹੈ, ਅਜੇ ਤਾਂ ਯਤਨ ਸ਼ੁਰੂ ਹੋਇਆ ਹੈ। ਜਾਨੀ ਕਿ ਆਪਣੇ ਕੀਤੇ ਉੱਤੇ ਮੈਂ ਕੋਈ ਮਾਣ ਜਾਂ ਗਰੂਰ ਨਹੀਂ ਕਰਦਾ। ਕਹਿ ਕਬੀਰ ਮਿਲ ਅੰਤ ਕੀ ਬੇਲਾ, ਮੈਂ ਇੱਕੋ ਹੀ ਬਿਨੈ ਕਰਦਾ ਹਾਂ ਕਿ ਹੇ ਮੇਰੇ ਪਿਆਰੇ ਪਰਮੇਸ਼ਰ, ਮੇਰੇ ਲਈ ਹਰ ਘੜੀ ਜੀਵਨ ਦਾ ਇਹ ਸਮਾਂ ਹੀ ਆਖਰੀ ਚਾਂਸ ਹੈ। ਮੈਂ ਨਹੀਂ ਕਹਿੰਦਾ ਬਾਅਦ ਚ ਕਰ ਲਵਾਂਗੇ, ਫੇਰ ਕਰ ਲਵਾਂਗੇ, ਫੇਰ ਹੋ ਜਾਏਗਾ। ਮੈਂ ਫੇਰ ਤੇ ਨਹੀਂ ਗੱਲ ਛੱਡਦਾ, ਮੈਂ ਕਹਿੰਦਾ ਹੁਣੇ ਮਿਹਰ ਕਰ, ਹੁਣੇ ਹੀ ਮੈਂ ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾਵਾਂ। ਮੈਂ ਤੇਰਾ ਆਤਮਿਕ ਮਿਲਾਪ ਚਾਹੁੰਦਾ ਹਾਂ। ਇਹੀ ਮੇਰੇ ਕੋਲ ਕੇਵਲ ਤੇ ਕੇਵਲ ਉੱਤਮ ਸਮਾਂ ਹੈ ਜਿਹੜਾ ਮੈਂ ਹੰਢਾ ਰਿਹਾ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਭਾਵ ਸਾਡੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।